ਲਾ ਪਹਿਲਾ ਲਿਖ ਲਿਖ ਪੜਿਆ ਤੇ ਤਾ ਕੜਿਆ, ਬਹੁ ਤੀਰਥ ਭਵਿਆ ਤੇ ਤੂੰ ਲਵਿਆ। ਬਹੁ ਬੇਕੀਆ ਦੇ ਦੁਖ ਦੀਆਂ, ਸੋਵੇ ਜੀਆ ਆਪਣਾ ਕੀਆ। ਅੰਨ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਭਾਇਆ। ਵਸਤਰ ਨ ਪਹਿਰੇ ਅਹਨਿਸ ਕਰੇ, ਮੋਨ ਵਿਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ। ਪਗ ਉਪੈ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ। ਮੂਰਖ ਅੰਧੇ ਪਤ ਗਵਾਈ, ਵਿਣ ਨਾਵੇਂ ਕਿਛ ਥਾਇ ਨਾ ਪਾਈ। ਰਹੇ ਬੇਬਾਣੀ ਮੜੀ ਮਸਾਣੀ, ਅੰਧ ਨ ਜਾਣੇ ਫਿਰ ਪਛਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਨਾਨਕ ਨਦਰ ਕਰੇ ਸੋ ਪਾਏ, ਆ ਸੰਦੇਸੇ ਤੇਨੇ ਕੇਵਲ। ਹਉਮੈ ਸ਼ਬਦ ਜਲਾਏ ਪੌੜੀ, ਭਗਤ ਤੇਰੇ ਮਨ ਭਾਵਦੇ। ਦਰਸੋਹਨ ਕੀਰਤ ਗਾਵਦੇ, ਨਾਨਕ ਕਰਮਾ ਬਾਹਰੇ। ਦਰ ਢੋ ਨ ਲੈਨੀ ਧਾਵਦੇ, ਇਕ ਮੂਲ ਨ ਬੁੱਝਨ ਆਪਣਾ। ਅਣਹੋਂਦਾ ਆਪ ਗਣਾਏਂਦੇ, ਹਉ ਢੀਕਾ ਨੀਚ ਦਾ ਹੋਰ ਉੱਤਮ ਜਾਤ ਸਜਾਏਂਦੇ। ਤਿਨ ਮੰਗਾ ਜੇ ਤੁਝੇ ਧਿਆਏਂਦੇ, ਤਿਨ ਮੰਗਾ ਜੇ ਤੁਝੇ ਧਿਆਏਂਦੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 9ਵੀਂ ਪੌੜੀ ਦੇ ਇਸ ਦੂਜੇ ਸ਼ਲੋਕ ਦੇ ਫਰਮਾਨ ਕਰਦੇ ਨੇ ਕਿ ਲਿਖ ਲਿਖ ਪੜਿਆ ਤੇ ਤਾ ਕੜਿਆ। ਜਿਤਨਾ ਪੜਾ ਲਿਖਿਆ ਹੋਇਆ, ਲਿਖਦਾ ਰਿਹਾ, ਪੜਦਾ ਰਿਹਾ, ਉਤਨਾ ਹੀ ਕੜ ਗਿਆ, ਉਤਨਾ ਹੀ ਅਹੰਕਾਰ ਹੋ ਗਿਆ। ਧਰਮ ਦੇ ਜਿਤਨੇ ਚਿੰਨ, ਜਿਤਨੀਆਂ ਸਾਧਨਾ ਨੇ, ਜਿਤਨੇ ਕਰਮ ਨੇ, ਉਹਨਾਂ ਦੇ ਇਹ ਵੀ ਇੱਕ ਕਰਮ ਹੈ। ਤੇ ਬਾਕੀ ਸਾਰੇ ਕਰਮਾਂ ਦੀ ਲਗਾਤਾਰ ਹਰ ਪੰਕਤੀ ਚ ਗੁਰੂ ਨਾਨਕ ਦੇਵ ਜੀ ਮਹਾਰਾਜ ਗਿਣਤੀ ਕਰਦੇ ਨੇ ਕਿ ਸਿਰਮੌਰ ਕਰਮ ਉਹੀ ਹੈ ਜੋ ਈਸ਼ਵਰੀ ਯਾਦ ਹੈ। ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਗੁਰੂ ਨਾਨਕ ਦੀ ਸਾਰੀ ਬਾਣੀ ਉਸੇ ਕਰਮ ਨੂੰ ਵਾਸਤਵਿਕ ਧਾਰਮਿਕ ਕਰਮ ਮੰਨਦੀ ਹੈ ਜੋ ਈਸ਼ਵਰ ਦੀ ਤਰਫ ਰੁਚੀਆਂ ਨੂੰ ਮੋੜ ਦੇਵੇ, ਜੋ ਈਸ਼ਵਰੀ ਯਾਦ ਨੂੰ ਪੈਦਾ ਕਰ ਦੇਵੇ। ਚਾਹੇ ਉਹ ਕਰਮ ਕੁਛ ਵੀ ਹੈ। ਅਗਰ ਕੀਤੀ ਹੋਈ ਪੂਜਾ ਨੇ ਈਸ਼ਵਰੀ ਸਿਮਰਨ ਨੂੰ ਜਨਮ ਨਹੀਂ ਦਿੱਤਾ ਤਾਂ ਪੂਜਾ ਵਿਅਰਥ। ਪੜੀ ਹੋਈ ਨਮਾਜ਼ ਨੇ ਅਗਰ ਖੁਦਾ ਨਾਲ ਜੋੜਿਆ ਨਹੀਂ ਤਾਂ ਨਮਾਜ਼ ਵਿਅਰਥ। ਕੀਤੇ ਹੋਏ ਕੀਰਤਨ ਨੇ ਅਗਰ ਰੱਬੀ ਉਮੰਗ ਨਹੀਂ ਪੈਦਾ ਕੀਤੀ ਤਾਂ ਕੀਰਤਨ ਸੁਣਿਆ, ਕੀਰਤਨ ਕੀਤਾ ਵਿਅਰਥ। ਪਰਮਾਤਮਾ ਦੀ ਵਿਚਾਰ ਕੀਤੇ ਹੋਇਆ ਅਗਰ ਕਰਤਾਰ ਚੇਤੇ ਨਹੀਂ ਹੋਇਆ, ਵਿਚਾਰ ਦੇ ਚੋਂ ਕਰਤਾਰ ਦਾ ਜਨਮ ਨਹੀਂ ਹੋਇਆ ਤਾਂ ਕੀਤੀ ਹੋਈ ਵਿਚਾਰ, ਸੁਣੀ ਹੋਈ ਵਿਚਾਰ ਵਿਅਰਥ। ਇਸ ਵਾਸਤੇ ਗੁਰੂ ਨਾਨਕ ਦੇ ਆਲੇ ਦੁਆਲੇ ਦਰਅਸਲ ਬਹੁਤ ਸਾਰੇ ਲੋਕਾਂ ਦਾ ਇਕੱਠ ਨਹੀਂ ਹੋ ਸਕਿਆ। ਗੁਰੂ ਨਾਨਕ ਦੇ ਬਚਨ ਇੱਕ ਜਲਦੇ ਹੋਏ ਅੰਗਾਰੇ ਨੇ ਜੋ ਵਹਿਮ ਤੋਮਾਤ ਨੂੰ ਸਾੜ ਕੇ ਰਾਖ ਕਰ ਦਿੰਦੇ ਨੇ। ਸਤਿਗੁਰ ਦੇ ਕੋਲ ਬੈਠਣਾ ਬੜੀ ਔਖੀ ਗੱਲ ਹੈ। ਹਾਂ, ਲੋਕੀ ਬੁਝੀ ਹੋਈ ਰਾਖ ਦੇ ਕੋਲ ਬੈਠ ਸਕਦੇ ਨੇ। ਐਸੀ ਰਾਖ ਜੋ ਸ਼ਾਇਦ ਮੈਲਾ ਹੀ ਕਰੇਗੀ, ਕੁਛ ਮੈਲ ਨੂੰ ਧੋਵੇਗੀ ਨਹੀਂ। ਕੰਚਨ ਸੋਨੇ ਦੀ ਮੈਲ ਖੋਟ ਕੱਢਣ ਲਈ ਅੱਗ ਹੀ ਚਾਹੀਦੀ ਹੈ। ਹਿਰਦੇ ਦੀ ਖੋਟ ਕੱਢਣ ਲਈ ਕੋਈ ਬਖਦੇ ਹੋਏ ਬਚਨ ਹੀ ਚਾਹੀਦੇ ਨੇ, ਕੋਈ ਜਲਦੇ ਹੋਏ ਬਚਨ ਹੀ ਚਾਹੀਦੇ ਨੇ। ਸ਼ੁੱਧ ਬਚਨ ਚਾਹੀਦੇ ਨੇ ਜਿਨ੍ਹਾਂ ਵਿੱਚ ਕੋਈ ਤਪਸ਼ ਹੋਵੇ, ਸੋਜ਼ ਹੋਵੇ, ਜੋ ਅੰਦਰ ਦੀ ਖੋਟ ਨੂੰ ਕੱਢ ਕੇ ਪਰੇ ਸੁੱਟ ਦੇਣ। ਆਮ ਦਾਰਸ਼ਨਿਕ ਲੋਕ ਐਸਾ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਲੇ ਦੁਆਲੇ ਦੁਨੀਆ ਇਤਨੀ ਇਕੱਠੀ ਕਿਉਂ ਨਹੀਂ ਹੋ ਸਕੀ। ਨੌਖੰਡ ਪ੍ਰਿਥਵੀ ਦਾ ਇਤਨਾ ਵੱਡਾ ਭਰਮਨ, ਪ੍ਰਚਾਰ ਦਾ ਇਤਨਾ ਵੱਡਾ ਸਤਿਗੁਰੂ ਦੇਵ ਜੀ ਮਹਾਰਾਜ ਨੇ ਵਾਤਾਵਰਣ ਬਣਾਇਆ, ਇਤਨੀ ਮਿਹਨਤ ਕੀ ਥੀ, ਫਿਰ ਵੀ ਆਲੇ ਦੁਆਲੇ ਬਹੁਤੀ ਦੁਨੀਆ ਕਿਉਂ ਨਹੀਂ ਇਕੱਠੀ ਹੋਈ। ਸਤਿਗੁਰ ਦੇ ਬਚਨ ਰਾਖ ਨਹੀਂ, ਬਖਦੇ ਅੰਗਾਰੇ ਨੇ, ਸ਼ੋਲੇ ਨੇ। ਇਤੇ ਝੂਠ ਨੂੰ ਜਲਾ ਕੇ ਰੱਖ ਦਿੰਦੇ ਸਨ, ਪਖੰਡ ਨੂੰ ਉਘਾੜ ਕੇ ਰੱਖ ਦਿੰਦੇ ਸਨ। ਕਹਿਣ ਨੂੰ ਤੇ ਦੇਖਣ ਨੂੰ ਤੇ
मलिक भागो ब्रह्म भोज कर रहे हैं। हजारां मनुख आए ने साधारण ब्रह्म भोज दे च, नाले साधु सन्यासी भी आए ने, ब्राह्मण भी आए ने। चारों पासे जय जयकार हो रही है, भाई बहुत वड्डा ब्रह्म भोज हो रहा है। कहते ने मलिक भागो दे कंन दे च किसी ने खबर पाई भी नानक नाम का भी एक साधु आया है, आखो ते ओनू भी नौता दे दईए, ओनू भी बुलाइए। मलिक भागो ने कहा, हाँ जद मैं ब्रह्म भोज कर रहा सारे साधुओं को बुलाया है तो वह क्यों रह जाए, बुलाओ। कहते ने जद एहलकार गुरु नानक नूं बुलाण लई गए ने, सतगुरु इनकारी हो गए। कहने लगे नहीं, ये ब्रह्म भोज थोड़ी है, ये तो ठगी है, ये तो धोखा है। ये उस मनुख का धोखा है जो दुनिया नूं धोखा ते देंदा रहा, हुण दीन नूं धोखा देंदा है। संसार नूं ते धोखा देंदा रहा, हुण निरंकार नूं धोखा देंदा है। बंदियां नूं ते धोखा देंदा रहा, हुण खुदा नूं धोखा देंदा है। पर इनू कौन दसे तू संसार नूं धोखा दे सकदा है, निरंकार नूं नहीं। ते जिथे निरंकार नूं धोखा नहीं दिता जा सकदा, जो निरंकार नूं जाणदे ने समझदे ने उन्होंने भी धोखा नहीं दिता जा सकता। कहते ने ये बचन जद मलिक भागो दे कंन विच पै तां वो आप बुलाण लई आया। कहने लगे नहीं महाराज आप चलो। सतगुरुदेव जी महाराज कहने लगे देख ले, सानू ले जाण विच खतरा ही खतरा है। जो तू छुपा के रखे है मैं ते सब प्रगट कर देंगा। सोने दे अंदर ही खोट छुपी पई होंदी है। अग सोने नूं एक पासे करके खोट वख कर देंदी है, खोट नूं अलग कर देंदी है। साहिब कहने देख ले, जो कुछ तू छुपा के रखे है मैं ते उघाड़ के रख देंगा, मैं ते पर्दे एक पासे कर देंगा और तेरे सामने तेरी असली तस्वीर रखांगा। शायद इसे लई अवतारी पुरुषां नूं गुरु जनां नूं दर्पण आख्या गया। दर्पण शीशा, अगले दी सही तस्वीर सामने रख देनी। जो शीशा असी वेखदे हां ये साडे सिर्फ शरीर की तस्वीर सामने रखता है, जमीर दी नहीं। तन की तस्वीर सामने रखता है, मन दी नहीं। गुरु दे बचन ते गुरु ऐसा है वो ते दर्पण है, जमीर की तस्वीर सामने रख देता है, मन की तस्वीर सामने रख देता है। शायद जिन्हां दे मन बड़े मलीन सन, जिन्हां दे मन बड़े कठोर सन, जिन्हां दे मन दिल दिमाग पत्थर की तरह सन, वो पत्थर इन्हां शीशियां नूं तोड़दे ही रहे हैं। आद काल तो ऐसा देखने दे चाह रहा है। कोई ईसा सूली ते टंगिया हुआ है, कोई सुकरात जहर दा प्याला पी रहा है, कोई शांति एकता ते मिठास दा मुजस्मा गुरु अर्जन देव जी तत्ती तवी ते बैठा है। कोई दहली दे चांदनी चौंक दे शहीद हो रहा है। हैरानगी की गल है कि इस तरह के ये महान मनुख सूली ते ने, जेल दे च ने, तत्ती तवी ते ने, जहर पीण ते मजबूर हो रहे ने। दरअसल दर्पण की तरह सन, ऐसे शीशे जो अगले की तस्वीर उसके सामने रख देंगे सन। ते जब तस्वीर सामने रखी थी, तस्वीर भयानक, तस्वीर डरावनी, उन्होंने अपनी डरावनी तस्वीर नूं ते ना सुधारिया, शीशा ही तोड़ के रख दिता ताकि साड़ी भयानकता साडे सामने ना आवे। ते संत ते वही है जो दर्पण है, अवतार ते वही है जो शीशा है, अगले दी तस्वीर अगले दे सामने रख ले। इस वास्ते वो बंदे चंगे लगते ने जो साडी माड़ी तस्वीर दे उत्ते पर्दे पाई जान। वो मनुख बहुत चंगे लगते ने, प्यारे लगते ने। ते जदों कोई ऐसा आ जाए पर्दे चुक के एक पासे कर देवे ते आखे तेरी असली सूरत ये है, वो नहीं चंगा लगता। बाबर नो गुरु नानक देव जी महाराज ने कह दिता, तू बाबर नहीं तू ते जाबर है। पाप की जंज ले काबलों धाया, जोरी मंगे दानवे ला लो। जेड़ा बाबर नु जाबर आखे ते मलिक भागो नु पखंडी आखे, ये ऐसे बचन ने जिन्हां दे सामने टिकना बहुत औखी गल है। इस वास्ते साहिब श्री गुरु नानक देव जी महाराज के आले दुआले कोई बहुत वड्डा इकट्ठ जमा नहीं हो सकिया। हाँ, राख दे आले दुआले बहुत वड्डे इकट्ठ देखने को मिलते हैं। क्यों? राख ने कुछ बिगाड़ना नहीं, राख ने कुछ कहना ही नहीं। एक शराबी नूं भी असीस मिल रही है, एक झूठे नूं भी असीस मिल रही है, एक भ्रष्ट नूं,
एक अत्यंत नीवें मनुख के सिर ते भी हथ रखिया जा रहा है ते उन्होंने भी आख्या जा रहा है जा तू फलीभूत होवे, ते इहदा मतलब तेरी नीचता फलीभूत होवे, तेरा भ्रष्टपना फलीभूत होवे। इस तरह दियां जगत दे जो असीसां दित्तियां जा रही ने गुरु नानक देव जी महाराज नहीं देंदे सन। इस वास्ते उन्हां दे आले दुआले कोई बहुत वड्डा इकट्ठ ना जमा हो सकिया। आप दे इस तरह दे ये बचन ने लिख लिख पढ़िया तेता कड़िया। बहुत पढ़िया बहुत लिखिया, लेकिन जितना पढ़िया लिखिया साहब कहते उतना ही हंकारी हो गया। बहुत अत्यंत ज्ञानी अपने प्यो नूं भी अज्ञानी समझण लग पैंदा है, अपनी मां नूं भी अज्ञानी समझ लैंदा है। क्यों? हंकार इतना वड्डा हो गया, मां छोटी हो गई है, प्यो छोटा हो गया, हुण गुरु छोटा है, हुण परमात्मा छोटा है, ते जानकारी दे नाल ही यह अहंकार वधदा है। साहब कहंदे ने बहु तीरथ भविया ते तो लविया। दूजा धार्मिक कर्म, बहुते तीर्थां ते भ्रमण करके आया है तां हुण लूं करदा फिरदा है, भाव थां थां ते प्रगट करी फिरदा है, मैं फलाने तीरथ ते होके आया, फलाने तीरथ ते होके आया। पर सवाल ये पैदा होंदे कि तीर्थां ते हो आना उदों ही सफल है जब तू स्वयं तीरथ बन जाए, तीरथ दी तरह बन जाए। तैनू वेख के लोगां नू पवित्रता दा एहसास होवे, तैनू वेख के लोगां दे अंदर प्रभु चिंतन पैदा होवे, तैनू वेख के लोगां दे अंदर भी महान होण दा भाव पैदा होवे। पर तैनू वेख के अगर ऐसा भाव ना पैदा होवे तो फिर तू की तीर्थां ते होके आया है। साहब कहंदे ने तीर्थ जाओ तां हों करते, पंडित पूछो तो माया राते, सो अस्थान बताओ मीता, जाके हर हर कीर्तन नीता। गुरु अर्जन देव जी महाराज कहंदे हे मित्रो, मैनू ते ओ जगह दसो जिथे हर वक्त हरि दा चिंतन चल रहा होवे, हरि दी गल चल रही होवे, और कुछ भी ना होवे। असली तीर्थ वही है जिथे हर वक्त हरि दा चिंतन चले, हरि दा सिमरन चले। इस वास्ते साहिब कहंदे ने की तू तीर्थां ते होके आया है, हंकारी हो गया, थां थां ते प्रगट कर रहे हैं मैं फलाने तीरथ ते होके आया, फलाने तीरथ ते होके आया। बहु बेख किया देही दुख दिया, तरह तरह दा भेख धारण कीता, खामाखा देही नूं दुख दिता। कहंदे ने मनोविग्यानक जो दूजे नूं दुख देण दे विच असफल रहे ने वो फिर अपने आप नूं दुख देंदे ने, जो दूजे नूं भुखा मारन दे विच असफल रहे ने वो खुद भुखे मरदे ने। जे दूजे नूं भुखा मारना ते दूजे दे तन नूं कष्ट पहुंचाना पाप है तो फिर अपने तन नूं कष्ट पहुंचाना भी पाप है। साहिब कहंदे ने अनेकां तरह दे भेख धारण कीते जिहदे नाल देही नूं दुख दिता। सोवे जिया अपना किया, ए जी हुण अपना कीता ही पा, देही नूं दुख देण दे जिहड़े तू पखंड रचे ने ते हुण दुख भोग। अन्न ना खाया साध गवाया, परिपूर्ण परमात्मा ने एक रस पाया है अन्न दे विच, जगत दे पदार्थां दे विच, ते तू दावा कीता मैं नहीं छकणे, मैं खाणे ही नहीं, मैं अन्न छड़ दिता। भगत कबीर जी का कहना है अन्न छोड़ करे पाखंड, ना सोहागण ना ओरंड। बहुत कीमती वचन है। अन्ने बिना ना होए सुकाल, तजिए अन्न न मिले गोपाल। जिन्हें अन्न का त्याग कर दिता है उन्होंने किथे गोपाल की प्राप्ति। दरअसल वो तो इतना वड्डा पखंड कर रहा है, ना वो सुहागण है ना ओरंड है, वो तो धार्मिक पेंडे दा पांदी ही नहीं है, वो तो धर्म दे मार्ग दे चलन दा राही ही नहीं है, उन्हें ते हकीकत नूं असलीयत नूं समझिया ही नहीं है। तो साहिब कहंदे अन्न ना खाया साध गवाया, बहु दुख पाया दूजा भाया। परमात्मा तो बिना होर दूजा ही चंगा लगे, बेख चंगे लगे, वर्त चंगे लगे, तीर्थां दा रटन चंगा लगया, पढ़ना लिखना चंगा लगया, लेकिन रब नहीं चंगा लगया, वो नहीं भाया। पढ़ाई वो सफल हो गई जे परमात्मा भा जाए, तीर्थां दा रटन वो सफल हो गया जे ईश्वर भा जाए, ईश्वर दा प्रेम पैदा हो जाए। तरह तरह दे भेख ते दिता होया देही नूं दुख भी सफल हो गया जे ईश्वरी प्रेम पैदा हो गया। ते जे ईश्वरी प्रेम पैदा ही नहीं होया, दूजा ही भावदा ही पिया, तो देही नूं जो दुख दिता है और जो अन्न नहीं खादा, दरअसल ये ईश्वरी नियम की उलंघना की है। और इस तरह के अनेकां जिहड़े कर्म कीते ने वो खामाखा शरीर का बोझ वधाया है।
वस्त्र न पैरे ऐनिस घेरे मौन विगूता क्यों जागे गुर बिन सूता। साहिब कहते कपड़े नहीं पहनता, नगन फिरदा है, ते नगन होने का भी हंकार। मनुख ऐसा है कि पहले ते लखां करोड़ां जो कोल ने ओदा हंकार, ते जे वो त्याग दिता है ते हुण त्याग दा हंकार। जो सुंदर वस्त्र पहने हुए ने एदा हंकार, ते जे वस्त्र त्याग दिते ते हुण त्याग दा हंकार। ये मूल रूप दे च रहिंदा है। जो वस्तु कोल है ओदा हंकार, जो वस्तु त्याग दिती है फिर हुण उसदा हंकार। जद मनुख कहंदा है कि मैं लखां नूं लत मार के सन्यासी बनिया, तो कहना पैंदा है ढंग नाल लत नहीं मारी, लत नाल ही चंबड़ के रह गए ने। तां ही ते जिक्र किया जा रहा है, वरना कोई मनुख अपने घर दे च कूड़ा करकट कढ़ के बाहर सुट देवे तो ढंडोरा थोड़ी पिटदा पिया कि मैं अज घर दे चों कूड़ा करकट इकट्ठा करके बाहर सुटिया। इसदा ढंडोरा पिटण दी लोड़ नहीं पैंदी, इहदा बखान करन दी लोड़ नहीं पैंदी। अगर तू एक गलत नाजायज कोई गंद समझीए ते हिरदे चों कढीए, ओदा ढंडोरा कादा पिटना, ओदा शोर शराबा कादा। ये शोर शराबा ही दसदा है कि तेनू मिलिया कुछ नहीं, तेनू प्राप्त होया कुछ नहीं। साहिब कहते दिन रात जलदा फिरदा हंकार दे च, कहंदा मैं ते कपड़े पहनदा ही नहीं, खामखा दुख उठा रहा है सर्दी दा गर्मी दा। मौन विगूता क्यों जागे गुर बिन सूता। लंबा मौन धारण कीता है, बोलना ही नहीं। हकीकत है अगर वाकई मौन नाल परमात्मा मिलदा तो ईश्वर ने जबान देनी ही नहीं सी। फिर दरख्त सारे ही मौनी ने, जीव तो इन्हां दे च भी है, बोलते हो नहीं ने। इन्हां नूं ते प्रभु मिलना ही चाहिए, परमात्मा मिलना ही चाहिए। साहिब कहते ने ये हुण गुरु दे मत तो बिना, गुरु की शिक्षा तो बिना किवें जागे कि केवल मौन धारण करन नाल प्रभु की प्राप्ति नहीं है, परमात्मा की प्राप्ति नहीं है। जबान नूं तो चुप कर छड़िया, मन अंदर बोलदा पिया है। तो मौन का तो मतलब इतना ही सी कि मन खामोश होवे, मन चुप होवे, बाहरों ही जोर है जबान चुप होवे। और जितनी जबान नूं चुप करने की कोशिश करी दिए उतना ही मन ज्यादा बोलता है। मौनिया का मन जितना ज्यादा बोलता है, आम बोलन वालियां दा मन इतना ज्यादा नहीं बोलता। ये हकीकत है, ये बहुत वड्डे तजर्बे किए गए हैं। क्यों कि जबान का सारा बोझ भी मन नूं ही करना पैंदा है। इस वास्ते मौनिया के मन विच जितने फुरने चलते ने, इतने आम बोलन वालियां दे मन विच फुरने नहीं चलते, क्योंकि शक्ति कुछ बोलदियां निकल गई, मौनी की शक्ति ते अंदर बनी रही। इस वास्ते ओदा मन बहुत बोलता है, बहुत बोलता है। साहिब कहते गुरु तो बिना ये गल इस नूं किवें समझ आवे, ये किवें सुचेत होवे कि मौन ते मन दा हुंदा है, तन दा थोड़ी। पग उपे ताना अपना किया कमाना, पैरां दे जुत्ती नहीं पांदा। साहिब कहते अपना ही कीता पावे, दुख सहारेगा, किधरे कंडे लगणगे, किधरे कंकर लगणगे, किधरे जमीन ठंडी है, किधरे जमीन गर्म है। अलमल खाई सिर छाई पाई, झूठा मंग मंग के खादा है। सिर विच सुआ पाई है, सुचे भोजन का त्याग करके, किरत विरत तो बने भोजन का त्याग करके, घर घर दे टुकड़े मंग के जो झूठे परूते उन्हों ही खा दिया और सिर दे सुआ पाई। इस ढंग नाल जीवन बतीत किया ते आख्या मैं धार्मिक कर्म कर रहा। साहिब कहने नहीं, धार्मिक कर्म नहीं कर रहा, वास्तव तू सिर दे सुआ ही पाई है और कुछ नहीं है। मूर्ख अंधे पत गवाई। इस तरह के अज्ञानी ने, इस तरह के मूढ़ ने अपनी इज्जत ही गवा ली, अध्यात्मिक शांति प्राप्त ना हुई, बेख ही बेख रह गया। विण नावे किछ थाए ना पाई। नाम तो बिना दरगाह दे थां दी प्राप्ति होई ना, टिकाणे दी प्राप्ति होई ना। होर किहड़े धार्मिक कर्म ही करदा रहा, रहे बिबाणी मड़ी मसाणी। मसाणा दे च रात कटनी, मसाणा दे च ही रहना, बियाबान जंगल दे च ही रहना। अंध न जाने फिर पछताणी। इस अंधे नूं कौन दसे, हकीकत तू जानी नहीं, पछतावा तेरे कोल रहेगा। मसाण दे च रहण दा की मतलब, लेकिन साडे देश दे च लोकी इस ढंग की साधना भी करते रहे हैं। मसाणा दे च बैठ के तरह तरह दियां जो है साधना करनियां। जेड़े जेड़े कर्म, जेड़ी जेड़ी साधना प्रभु चिंतन ना पैदा करे, ईश्वरी असूल ते पूरी ना उतरे, समाज दे नियम ते पूरी ना उतरे, इंसानियत दे नियम ते पूरी ना उतरे, गुरु नानक देव जी महाराज उसनूं तलांजलि देंदे गए, उसनूं एक पासे रखते गए। नहीं, मनुख है ते मनुखां दे विच रह, भेड़ भेड़ां दे च रहिंदी है, बकरियां बकरियां दे च रहिंदे ने, सप सप्पां दे च रहिंदे ने, शेर शेरां दे च रहिंदे ने। ऐ बंदे तू बंदियां दे विच रह।
ਮਰਗੜ ਘਾਟ ਤੇ ਜਾ ਕੇ ਜੰਗਲ ਦੇ ਵਿੱਚ ਜਾ ਕੇ ਰਹਿਣ ਦਾ ਕੀ ਮਤਲਬ? ਜੰਗਲ ਦੇ ਵਿੱਚ ਜੰਗਲੀ ਜਾਨਵਰ ਰਹਿੰਦੇ ਨੇ, ਜਾਨਵਰਾਂ ਦੇ ਨਾਲ ਰਹਿਣ ਵਾਸਤੇ ਤੂੰ ਨਹੀਂ ਆਇਆ, ਮਨੁੱਖਾਂ ਦੇ ਨਾਲ ਰਹਿਣ ਵਾਸਤੇ ਤੂੰ ਆਇਆ। ਤੂੰ ਸਮਾਜਿਕ ਪ੍ਰਾਣੀ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਅੰਧ ਨਾ ਜਾਣੇ ਫਿਰ ਪਛਤਾਣੀ। ਹਕੀਕਤ ਨੂੰ ਸਮਝਿਆ ਨਹੀਂ, ਬਾਅਦ ਵਿੱਚ ਸਿਵਾਏ ਪਛਤਾਪ ਦੇ ਉਸਦੇ ਪੱਲੇ ਹੋਰ ਕੁਝ ਨਹੀਂ ਪਿਆ। ਇਹ ਸੂਝ ਸਮਝ ਕਿਵੇਂ ਮਿਲੇ? ਆਪ ਦੱਸਦੇ ਨੇ ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਕਿਧਰੇ ਸਤਿਗੁਰ ਦੀ ਭੇਟ ਨਸੀਬ ਹੋ ਜਾਏ ਤੇ ਫਿਰ ਉਸ ਦੇ ਅਸੀਸ ਦੇ ਨਾਲ ਆਪਣੇ ਹਿਰਦੇ ਦੇ ਵਿੱਚ ਪ੍ਰਭੂ ਦੇ ਨਾਮ ਨੂੰ ਉਹ ਵਸਾ ਲਵੇ ਤਾਂ ਫਿਰ ਸੁਖ ਦੀ ਪ੍ਰਾਪਤੀ, ਆਨੰਦ ਦੀ ਪ੍ਰਾਪਤੀ। ਨਾਨਕ ਨਦਰ ਕਰੇ ਸੋ ਪਾਏ। ਈਸ਼ਵਰ ਦੀ ਫਿਰ ਉਸ ਦੇ ਉੱਤੇ ਨਿਗਾਹ ਹੋ ਜਾਂਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ, ਔਰ ਉਹ ਜੋ ਮੰਗੇ ਜੋ ਚਾਹੇ ਉਸ ਨੂੰ ਪ੍ਰਾਪਤ ਹੁੰਦਾ ਹੈ। ਆਸ ਅੰਦੇਸੇ ਤੇ ਨੇ ਕੇਵਲ ਹਉ ਮੈਂ ਸਬਦ ਜਲਾਏ। ਉਹ ਆਸਾ ਦੇ ਵਿੱਚ ਨਿਰਾਸ਼ ਹੋ ਕੇ ਰਹਿੰਦਾ ਹੈ, ਅੰਦੇਸਿਆਂ ਤੋਂ ਮੁਕਤ ਹੋ ਕੇ ਰਹਿੰਦਾ ਹੈ, ਔਰ ਗੁਰ ਸ਼ਬਦ ਦੇ ਜਾਪ ਨਾਲ ਅਹੰਕਾਰ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ। ਭਾਵ ਧਾਰਮਿਕ ਕਰਮ ਕਰਦਾ ਰਹਿੰਦਾ ਹੈ, ਅਹੰਕਾਰ ਨਹੀਂ ਪੈਦਾ ਹੁੰਦਾ। ਤੇ ਧਾਰਮਿਕ ਕਰਮ ਕਿਹੜਾ ਕਰਦਾ ਰਹਿੰਦਾ ਹੈ? ਹਰ ਕਾ ਨਾਮ ਮਨ ਵਸਾਏ। ਹਰੀ ਦੇ ਨਾਮ ਨੂੰ ਮਨ ਦੇ ਵਿੱਚ ਵਸਾਣਾ, ਬਸ ਇਹੀ ਧਾਰਮਿਕ ਕਰਮ ਹੈ, ਬਾਕੀ ਕੋਈ ਧਾਰਮਿਕ ਕਰਮ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਢੰਡੋਰਾ ਪਿੱਟ ਕੇ 9 ਖੰਡ ਪ੍ਰਿਥਵੀ ਨੂੰ ਸੁਣਾਉਂਦੇ ਰਹੇ, ਹਰ ਕਾ ਨਾਮ ਮਨ ਵਸਾਏ। ਬਸ ਇਹੀ ਧਾਰਮਿਕ ਕਰਮ ਹੈ, ਹੋਰ ਕੁਝ ਵੀ ਧਾਰਮਿਕ ਕਰਮ ਨਹੀਂ। ਚਾਹੇ ਵਿਬਾਨ ਵਿੱਚ ਬੰਦਾ ਰਹੇ, ਚਾਹੇ ਨੰਗੇ ਪੈਰੀ ਰਵੇ, ਚਾਹੇ ਨਗਨ ਰਵੇ, ਚਾਹੇ ਮੰਗ ਮੰਗ ਕੇ ਖਾਏ, ਚਾਹੇ ਤਨ ਤੇ ਸੁਆਹ ਮਲੇ, ਤੇ ਚਾਹੇ ਦਿਨ ਰਾਤ ਪੜਦਾ ਰਹੇ, ਪਰ ਧਾਰਮਿਕ ਕਰਮ ਤੇ ਇਹ ਹੀ ਹੈ, ਹਰ ਕਾ ਨਾਮ ਮਨ ਵਸਾਏ। ਹਰੀ ਦੇ ਨਾਮ ਨੂੰ ਮਨ ਵਿੱਚ ਵਸਾਵੇ, ਬਸ ਇਹੀ ਧਾਰਮਿਕ ਕਰਮ ਹੈ। ਔਰ ਇਸ ਦੇ ਨਾਲ ਹੀ ਪ੍ਰਭੂ ਦੀ ਜੋ ਹੈ ਪ੍ਰਸੰਨਤਾ ਹੈ, ਔਰ ਇਸੇ ਨਾਲ ਹੀ ਅਹੰਕਾਰ ਦਾ ਨਾਸ ਹੈ। 2 ਸ਼ਲੋਕਾਂ ਨਾਲ ਜੁੜੀ ਹੋਈ ਹੈ ਪੌੜੀ। ਭਗਤ ਤੇਰੇ ਮਨ ਭਾਵੰਦੇ ਦਰ ਸੋਹਨ ਕੀਰਤ ਗਾਵੰਦੇ। ਇਹ ਪਰਿਪੂਰਨ ਪ੍ਰਮਾਤਮਾ ਭਗਤ ਤੈਨੂੰ ਭਾਵਦੇ ਨੇ, ਭਗਤ ਤੈਨੂੰ ਚੰਗੇ ਲੱਗਦੇ ਨੇ, ਭਗਤਾਂ ਦੇ ਤੂੰ ਨੇੜੇ ਹੈ। ਭਗਤਾਂ ਦੀ ਮਹਿਮਾ ਬਹੁਤ ਅਪਰਮ ਅਪਾਰ ਹੈ। ਕਿਉਂ ਕਿ ਭਗਤ ਭਗਵਾਨ ਦੇ ਨੇੜੇ ਨੇ। ਭਗਤਾਂ ਕੋਲ ਭਗਵਾਨ ਦੀ ਪ੍ਰਸੰਨਤਾ ਹੈ, ਭਗਤਾਂ ਕੋਲ ਪ੍ਰਭੂ ਦੀ ਕਿਰਪਾ ਹੈ, ਪ੍ਰਭੂ ਦੀ ਬਖਸ਼ਿਸ਼ ਹੈ। ਉਹ ਪਾਤਰ ਬਣ ਗਏ ਨੇ। ਭਗਤ ਦਾ ਮਤਲਬ ਹੈ ਉਹਨੇ ਇਤਨੀ ਯੋਗਤਾ ਸੰਜੋ ਲਈ ਹੈ ਕਿ ਪ੍ਰਭੂ ਦੀ ਬਖਸ਼ਿਸ਼ ਦੇ ਉਹ ਪਾਤਰ ਬਣ ਗਏ ਨੇ। ਉਹਦੀ ਰਹਿਮਤ, ਉਹਦੀ ਬਖਸ਼ਿਸ਼ ਦੇ ਉਹ ਮਾਲਕ ਬਣ ਗਏ ਨੇ। ਸਾਹਿਬ ਕਹਿੰਦੇ ਨੇ ਇਹ ਪਰਿਪੂਰਨ ਪ੍ਰਮਾਤਮਾ ਭਗਤ ਤੇਰੇ ਮਨ ਭਾਵਦੇ, ਤੇਰੇ ਮਨ ਨੂੰ ਵੀ ਚੰਗੇ ਲੱਗਦੇ ਨੇ। ਕੌਣ? ਭਗਤ। ਕਿਹੜੇ ਭਗਤ? ਦਰ ਸੋਹਨ ਕੀਰਤ ਗਾਵਦੇ, ਜੋ 8 ਪੈਰ ਕੀਰਤੀ ਗਾਇਨ ਕਰ ਰਹੇ ਨੇ, ਤੇਰਾ ਜਸ ਗਾਇਨ ਕਰ ਰਹੇ ਨੇ, ਤੇਰੇ ਦਰ ਤੇ ਬੈਠ ਕੇ। ਦਰ ਤੇ ਬੈਠ ਕੇ ਭਾਵ ਕੀਰਤੀ ਕਰਦੇ ਹੋਇਆ ਤੇਰੀ ਯਾਦ ਵਿੱਚ ਬੈਠੇ ਨੇ। ਯਾਦ ਵਿੱਚ ਬੈਠਣਾ ਹੀ ਦਰ ਤੇ ਬੈਠਣਾ ਹੈ। ਅਗਰ ਬੰਦਾ ਗੁਰਦੁਆਰੇ 'ਚ ਬੈਠਾ ਹੈ ਪਰ ਗੁਰੂ ਦੀ ਯਾਦ ਵਿੱਚ ਨਹੀਂ ਬੈਠਾ ਤਾਂ ਗੁਰੂ ਦੇ ਦਰ ਤੇ ਨਹੀਂ ਬੈਠਾ, ਉੱਤੇ ਕਿਸੇ ਹੋਰ ਥਾਂ ਤੇ ਬੈਠਾ ਹੈ। ਜਿੱਥੋਂ ਦੀ ਯਾਦ ਚੱਲ ਰਹੀ ਹੈ ਉੱਥੇ ਬੈਠਾ ਹੈ। ਮੰਦਿਰ ਵਿੱਚ ਬੈਠਾ ਹੈ, ਮਸਜਿਦ ਵਿੱਚ ਬੈਠਾ ਹੈ, ਨਮਾਜ਼ ਪੜ੍ਹ ਰਿਹਾ ਹੈ, ਪਰ ਯਾਦ ਸੰਸਾਰ ਦੀ ਹੈ ਤਾਂ ਉਹ ਮਸਜਿਦ ਵਿੱਚ ਨਹੀਂ ਬੈਠਾ, ਬਾਜ਼ਾਰ ਵਿੱਚ ਬੈਠਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਲਤਾਨਪੁਰ ਦੇ ਨਵਾਬ ਨੂੰ ਸਾਫ਼ ਕਹਿ ਦਿੱਤਾ ਸੀ, ਜਦ ਕਿ ਸੁਲਤਾਨਪੁਰ ਦੇ ਨਵਾਬ ਨੇ ਕਿਹਾ, ਜਦ ਤੁਸੀਂ ਕਹਿੰਦੇ ਹੋ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਹੈ, ਸਾਰੇ ਅੱਲਾ ਤੇ ਖੁਦਾ ਦੇ ਬੰਦੇ ਨੇ ਔਰ ਸਾਰੇ ਮੈਨੂੰ ਪਿਆਰੇ ਨੇ, ਤੇ ਸਾਰੀ ਇਬਾਦਤ ਦੇ ਢੰਗ ਠੀਕ ਨੇ, ਬਸ਼ਰਤੇ ਉਹਦੇ 'ਚ ਖੁਦਾ ਦੀ ਯਾਦ ਹੋਵੇ। ਤਾਂ ਸੁਲਤਾਨ ਨੇ ਕਿਹਾ ਅਗਰ ਐਸੀ ਗੱਲ ਹੈ ਤੇ ਚਲੋ ਮੇਰੇ ਨਾਲ ਨਮਾਜ਼ ਪੜ੍ਹੋ। ਸਤਿਗੁਰ ਨੇ ਕਿਹਾ ਮੈਨੂੰ ਕੋਈ ਇਤਰਾਜ਼ ਨਹੀਂ, ਚਲੋ ਨਮਾਜ਼ ਪੜ੍ਹਦੇ ਹਾਂ। ਔਰ ਇਹ ਇਤਿਹਾਸਕ ਅਸਥਾਨ ਸੁਲਤਾਨਪੁਰ ਦੇ 'ਚ ਅਜੇ ਵੀ ਬਣੇ ਪਏ ਨੇ। ਮਹਾਰਾਜ ਸੁਲਤਾਨਪੁਰ ਦੇ ਨਵਾਬ ਦੇ ਨਾਲ ਚਲੇ ਗਏ, ਲੇਕਿਨ ਹਕੀਕਤ ਹੈ ਜੈਸੇ ਸੁਲਤਾਨ ਨਮਾਜ਼ ਪੜ੍ਹਨ ਲੱਗਾ ਸਤਿਗੁਰ ਖੜੇ ਹੀ ਰਹੇ, ਤੇ ਸੁਲਤਾਨ ਕਿਸੇ ਕਿਸੇ ਵਕਤ ਅੱਖ ਖੋਲ ਕੇ ਦੇਖਦਾ ਹੈ ਕਿ ਗੁਰੂ ਨਾਨਕ ਨਮਾਜ਼ ਨਹੀਂ ਪੜ੍ਹ ਰਹੇ, ਨਾ ਬੈਠ ਰਹੇ ਨੇ, ਨਾ ਉੱਠ ਰਹੇ ਨੇ, ਨਾ ਸਜਦਾ ਕਰ ਰਹੇ ਨੇ। ਕਹਿੰਦੇ ਨੇ ਨਮਾਜ਼ ਪੜ੍ਹਨ ਤੋਂ ਬਾਅਦ ਨਵਾਬ ਔਖਾ ਹੋਇਆ, ਆਖਣ ਲੱਗਾ ਮਹਾਰਾਜ ਤੁਸੀਂ ਕਿਹਾ ਸੀ ਮੇਰੇ ਨਾਲ ਨਮਾਜ਼ ਪੜ੍ਹੋਗੇ ਪਰ ਪੜ੍ਹੀ ਨਹੀਂ। ਸਤਿਗੁਰੂ ਕਹਿੰਦੇ ਨੇ ਮੈਂ ਤੇ ਆਪਣੇ ਕੌਲ ਤੇ ਕਾਇਮ ਹਾਂ, ਤੇਰੇ ਨਾਲ ਨਮਾਜ਼ ਪੜ੍ਹਨੀ ਸੀ ਪਰ ਤੂੰ ਚੂੰਕਿ ਪੜ੍ਹੀ ਨਹੀਂ ਤਾਂ ਮੈਂ ਹੁਣ ਕਿਸ ਦੇ ਨਾਲ ਪੜ੍ਹਾਂ। ਹੈਰਾਨ ਹੋ ਕੇ ਸੁਲਤਾਨਪੁਰ ਦਾ ਨਵਾਬ ਕਹਿੰਦਾ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਮੈਂ ਤੇ ਨਮਾਜ਼ ਪੜ੍ਹੀ ਹੈ। ਨਹੀਂ, ਤੂੰ ਆਪਣੇ ਘਰ ਵਿੱਚ ਸੀ,
ਘੋੜੀ ਨੇ ਵਛੇਰਾ ਦਿੱਤਾ ਹੈ ਤੇ ਤੂੰ ਇਸ ਖਿਆਲ ਦੇ ਸੀ ਘਰ ਦੇ 'ਚ ਜਿਹੜਾ ਟੋਇਆ ਹੈ ਉਹਦੇ 'ਚ ਗਿਰ ਨਾ ਜਾਏ, ਉਹਦੀ ਲੱਤ ਨਾ ਟੁੱਟ ਜਾਏ। ਤੂੰ ਤੇ ਘੋੜੀ ਨੂੰ ਯਾਦ ਕਰ ਰਿਹਾ ਸੀ, ਘੋੜੀ ਦੇ ਵਛੇਰੇ ਨੂੰ ਯਾਦ ਕਰ ਰਿਹਾ ਸੀ, ਖੁਦਾ ਨੂੰ ਥੋੜੀ ਯਾਦ ਕਰ ਰਿਹਾ ਸੀ। ਮੈਂ ਤੇ ਹੁਣ ਉਸਦੇ ਨਾਲ ਨਮਾਜ਼ ਪੜ੍ਹਨੀ ਹੈ ਜੋ ਖੁਦਾ ਨੂੰ ਯਾਦ ਕਰੇ, ਜੋ ਈਸ਼ਵਰ ਨੂੰ ਯਾਦ ਕਰੇ, ਜੋ ਪ੍ਰਮਾਤਮਾ ਨੂੰ ਯਾਦ ਕਰੇ। ਤੋ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਨੂੰ ਉਹੀ ਭਗਤ ਚੰਗੇ ਲੱਗਦੇ ਨੇ ਜਿਹੜੇ ਉਸਦੇ ਦਰ ਤੇ ਬੈਠ ਕੇ ਉਹਦੀ ਕੀਰਤੀ ਗਾਇਨ ਕਰਦੇ ਨੇ। ਭਗਤ ਤੇਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਉਂਦੇ, ਨਾਨਕ ਕਰਮਾਂ ਬਾਹਰੇ ਦਰ ਢੋ ਨ ਲੈਣੀ ਨਾਮ ਦੇ। ਉਹਦੀ ਬਖਸ਼ਿਸ਼ ਤੋਂ ਬਿਨਾਂ, ਉਹਦੀ ਰਹਿਮਤ ਤੋਂ ਬਿਨਾਂ ਉਹਦੇ ਦਰ ਦੇ ਉੱਤੇ ਲੋਕੀ ਥਾਂ ਨਹੀਂ ਪਾਉਂਦੇ ਔਰ ਇਸ ਤਰੀਕੇ ਨਾਲ ਭਟਕਦੇ ਨੇ, ਧੱਕੇ ਖਾਂਦੇ ਨੇ। ਇੱਕ ਮੂਲ ਨਾ ਬੁੱਝਣ ਆਪਣਾ ਅਣਹੋਂਦਾ ਆਪ ਗਣਾਏਂਦੇ। ਮੂਲ ਤੇ ਸਮਝਿਆ ਨਹੀਂ, ਆਪਣੀ ਹਸਤੀ ਨੂੰ ਤੇ ਸਮਝਿਆ ਨਹੀਂ। ਤੂੰ ਤੁੱਛ ਹੈ ਕਿ ਕੁਛ ਵੀ ਨਹੀਂ, ਲੇਕਿਨ ਬਹੁਤ ਵੱਡਾ ਆਪਣੇ ਆਪ ਨੂੰ ਜਣਾਉਣ ਦੀ ਕੋਸ਼ਿਸ਼ ਕਰਦੇ ਨੇ। ਅਸੀਂ ਮਹਾਨ ਹਾਂ, ਅਸੀਂ ਇਹ ਹਾਂ, ਅਸੀਂ ਇਹ ਹਾਂ। ਸਾਹਿਬ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਵੀ ਇਹ ਲੋਕ ਆਪਣੀ ਪੱਤ ਗਵਾਉਂਦੇ ਨੇ। ਹਉ ਢਾਡੀ ਕਾ ਨੀਚ ਜਾਤ ਔਰ ਉੱਤਮ ਜਾਤ ਸਜਾਏਂਦੇ। ਹੋਰ ਤੇ ਬੜੀਆਂ ਉੱਚੀਆਂ ਉੱਚੀਆਂ ਜ਼ਾਤਾਂ ਵਾਲੇ ਨੇ, ਜ਼ਾਤ ਅਭਿਮਾਨੀ ਨੇ, ਉੱਚੀ ਉੱਚੀ ਕੁਲ ਦੇ ਨੇ ਤੇ ਕੁਲ ਦਾ ਅਪਮਾਨ ਕਰਨ ਵਾਲੇ ਨੇ। हे ਪ੍ਰਭੂ, ਮੈਂ ਤੇ ਤੇਰੇ ਦਰ ਦਾ ਇੱਕ ਨੀਚ ਢਾਡੀ ਹਾਂ, ਗਾਇਕ ਹਾਂ, ਗਾਣ ਵਾਲਾ, ਤੇਰੀ ਉਸਤਤੀ ਕਰਨ ਵਾਲਾ, ਤੇਰੀ ਕੀਰਤੀ ਕਰਨ ਵਾਲਾ ਇੱਕ ਨੀਚ ਢਾਡੀ ਹਾਂ। ਤੇ ਮੇਰੀ ਮੰਗ ਹੈ ਤਿੰਨ ਮੰਗਾਂ ਜੇ ਤੁਝੇ ਧਿਆਨ ਦੇ। ਮੇਰੀ ਮੰਗ ਇਹ ਹੈ ਜੋ ਤੇਰਾ ਚਿੰਤਨ ਕਰਦੇ ਨੇ, ਜੋ ਤੈਨੂੰ ਯਾਦ ਕਰਦੇ ਨੇ। हे ਈਸ਼ਵਰ, ਬਸ ਉਹਨਾਂ ਦੇ ਦੀਦਾਰ, ਉਹਨਾਂ ਦੀ ਸੰਗਤ ਕਰਾ ਜੋ ਅੱਠੇ ਪੈਰ ਤੇਰਾ ਚਿੰਤਨ ਕਰਦੇ ਨੇ, ਜੋ ਤੇਰੇ ਦਰ ਤੇ ਬੈਠ ਕੇ ਸੋਭਦੇ ਨੇ, ਦਰ ਸੋਹਨ ਕੀਰਤ ਗਾਉਂਦੇ, ਜੋ ਇਸ ਢੰਗ ਦੀ ਕੀਰਤੀ ਗਾਇਨ ਕਰ ਰਹੇ ਨੇ, ਤੇਰੇ ਦਰ ਦੀ ਸ਼ੋਭਾ ਬਣੇ ਨੇ। हे ਪ੍ਰਭੂ, ਰਹਿਮਤ ਕਰ, ਮੈਨੂੰ ਉਹਨਾਂ ਦੇ ਦੀਦਾਰ ਕਰਾ, ਮੈਨੂੰ ਉਹਨਾਂ ਦੇ ਦਰਸ਼ਨ ਕਰਾ।